ਹੈਲੋ एवरीवन। ਅੱਜ ਅਸੀਂ ਆਪਣਾ ਨੈਕਸਟ ਚੈਪਟਰ 10ਵਾਂ ਚੈਪਟਰ ਜਿਹੜਾ ਕਿ ਈ-ਕਾਮਰਸ ਇਨ ਇੰਡੀਆ ਸ਼ੁਰੂ ਕਰਨ ਜਾ ਰਹੇ ਹਾਂ, ਜਿਹਦੇ ਵਿੱਚ ਸਭ ਤੋਂ ਪਹਿਲਾ ਟੌਪਿਕ ਜਿਹੜਾ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਉਹ ਹੈ ਜੀ ਸਟੇਟ ਆਫ ਈ-ਕਾਮਰਸ ਇਨ ਇੰਡੀਆ, ਯਾਨੀ ਇੰਡੀਆ ਦੇ ਵਿੱਚ ਈ-ਕਾਮਰਸ ਦਾ ਕੀ ਸਟੇਟਸ ਆ। ਇਹਦੇ ਰਿਗਾਰਡਿੰਗ ਜਿੰਨਾ ਵੀ ਮਟੀਰੀਅਲ ਹੋਏਗਾ ਉਹ 1 ਬਾय 1 ਮੈਂ ਕਵਰ ਕਰਦਾ, ਧਿਆਨ ਨਾਲ ਸੁਣਨਾ। ਸ਼ੁਰੂ ਕਰਦੇ ਹਾਂ ਟੌਪਿਕ ਸਟੇਟਸ ਆਫ ਈ-ਕਾਮਰਸ ਇਨ ਇੰਡੀਆ। ਕਹਿਣ ਦਾ ਮਤਲਬ ਇਹ ਹੈ ਕਿ ਈ-ਕਾਮਰਸ ਦਾ ਸਟੇਟਸ ਜੇ ਵੇਖਿਆ ਜਾਵੇ ਤੇ ਅੱਜ ਦੀ ਤਰੀਕ ਦੇ ਵਿੱਚ ਇੰਡੀਆ ਦੇ ਵਿੱਚ ਕੀ ਹੈ ਕਿ ਕਿੱਥੋਂ ਤੱਕ ਜਾਂ ਕਿਹੜੀ ਸਟੇਜ ਦੇ ਵਿੱਚ ਜਿਹੜਾ ਹੈ ਇਹ ਮੰਨ ਸਕਦੇ ਹਾਂ ਕਿ ਈ-ਕਾਮਰਸ ਕਿਹੜੀ ਸਟੇਜ ਦੇ ਵਿੱਚ ਚੱਲ ਰਿਹਾ ਹੈ ਇੰਡੀਆ ਦੇ ਵਿੱਚ। ਤੁਸੀਂ ਇਸ ਡਾਇਗਰਾਮ ਦੇ ਥਰੂ ਵੀ ਤੁਸੀਂ ਦੇਖ ਸਕਦੇ ਹੋ ਕਿਹੜੇ ਕਿਹੜੇ ਪੁਆਇੰਟਸ ਲਿਖੇ ਨੇ। ਸੇਮ ਇਸੇ ਤਰੀਕੇ ਦੇ ਨਾਲ ਜੇਕਰ ਐਗਜ਼ਾਮ ਦੇ ਵਿੱਚ ਲਿਖਣਾ ਪੈਂਦਾ ਤੁਸੀਂ ਇਹ ਡਰਾ ਕਰਕੇ ਤੁਸੀਂ ਇਹ ਸਾਰੇ ਪੁਆਇੰਟ ਜਿਹੜੇ ਆ ਦਿਖਾ ਸਕਦੇ ਹੋ। ਸੋ ਡਿਸਕਸ ਕਰਦੇ ਹਾਂ, ਸ਼ੁਰੂ ਕਰਦੇ ਹਾਂ ਟੌਪਿਕ। ਫਸਟ ਪੁਆਇੰਟ ਹੈ ਈ ਰਿਕਾਰਡਸ ਐਜ਼ ਐਵੀਡੈਂਸ। ਜੇਕਰ ਈ ਕਾਮਰਸ ਦੀ ਗੱਲ ਕਰੀਏ ਇੰਡੀਆ ਦੇ ਵਿੱਚ, ਜਿਵੇਂ ਈ ਕਾਮਰਸ ਜੇ ਇੰਡੀਆ ਦੇ ਰਿਗਾਰਡਿੰਗ ਵੇਖਿਆ ਜਾਵੇ ਤਾਂ ਹਜੇ ਆਪਣੀ ਇਨਫੈਂਸੀ ਸਟੇਜ ਦੇ ਵਿੱਚ ਹੈ, ਯਾਨੀ ਕਹਿਣ ਦਾ ਮਤਲਬ ਕਿ ਹਜੇ ਬਿਲਕੁਲ ਬੇਸਿਕ ਸਟੇਜ ਦੇ ਵਿੱਚ ਹੈ, ਸ਼ੁਰੂ ਹੋਇਆ ਹਜੇ ਬਹੁਤ ਸਾਰਾ ਕੰਮ ਜਿਹੜਾ ਇਹਦੇ ਉੱਪਰ ਕੀਤਾ ਜਾਣਾ ਹੈ, ਚਾਹੇ ਉਹ ਸਿਕਿਉਰਿਟੀ ਦੀ ਗੱਲ ਹੋਵੇ, ਚਾਹੇ ਉਹ ਸਰਵਿਸ ਦੀ ਗੱਲ ਹੋਵੇ, ਕਾਫੀ ਸਾਰਾ ਕੰਮ ਜਿਹੜਾ ਹਜੇ ਹੋਣਾ ਬਾਕੀ ਹੈ। ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਬਿਲਕੁਲ ਬੇਸਿਕ ਸਟੇਜ ਦੇ ਵਿੱਚ ਹੈ, ਜਿਹਦੇ ਵਿੱਚ ਪਹਿਲਾ ਪੁਆਇੰਟ ਜਿਹੜਾ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਈ ਰਿਕਾਰਡਸ ਐਜ਼ ਐਵੀਡੈਂਸ, ਕਿ ਈ ਰਿਕਾਰਡਸ ਨੂੰ ਜੇ ਅੱਜ ਦੀ ਤਰੀਕ ਦੇ ਵਿੱਚ ਵੇਖਿਆ ਜਾਵੇ ਤਾਂ ਕੋਰਟ ਦੇ ਵਿੱਚ ਐਵੀਡੈਂਸ ਦੇ ਤੌਰ 'ਤੇ ਜਿਹੜਾ ਹੈ ਉਹ ਵੈਲਿਡ ਮੰਨਿਆ ਜਾਂਦਾ ਹੈ, ਵੈਲਿਡ ਮੰਨਿਆ ਗਿਆ ਹੈ। ਯਾਨੀ ਜੇਕਰ ਅਸੀਂ ਕੋਈ ਵੀ ਡਿਜੀਟਲ ਫਾਰਮ ਦੇ ਵਿੱਚ ਕਿਸੇ ਵੀ ਤਰੀਕੇ ਦੀ ਕੋਈ ਵੀ ਮੰਨ ਲਓ ਕਿ ਕਿਸੇ ਲਾਅ ਨੂੰ ਵਾਇਲੇਟ ਕਰਨ ਦੇ ਲਈ ਅਸੀਂ ਕੋਈ ਕੇਸ ਕਰਨਾ ਚਾਹੁੰਦੇ ਹਾਂ ਜਾਂ ਕੋਈ ਕੰਪਨੀ ਦੇ ਰਿਗਾਰਡਿੰਗ ਸਾਡੇ ਕੋਲ ਕੰਪਲੇਂਟ ਆ, ਤੇ ਜੋ ਵੀ ਅਸੀਂ ਈ ਡਾਕੂਮੈਂਟ ਵਗੈਰਾ ਪ੍ਰੋਵਾਈਡ ਕਰਾਂਗੇ ਉਹ ਡਾਕੂਮੈਂਟ ਜਿਹੜਾ ਵਾ ਉਹ ਵੈਲਿਡ ਮੰਨਿਆ ਜਾਏਗਾ ਕੋਰਟ ਦੇ ਵਿੱਚ। ਸੋ ਸਭ ਤੋਂ ਪਹਿਲਾ ਪੁਆਇੰਟ ਵੀ ਈ ਰਿਕਾਰਡਸ ਜਿਹੜੇ ਆ ਉਹ ਇੱਕ ਐਵੀਡੈਂਸ ਦੇ ਤੌਰ 'ਤੇ ਕੋਰਟ ਦੇ ਵਿੱਚ ਯੂਜ਼ ਕੀਤੇ ਜਾ ਸਕਦੇ ਆ। ਸੈਕਿੰਡ ਪੁਆਇੰਟ ਇਹਦੇ ਵਿੱਚ ਆਇਆ ਈ ਗਵਰਨੈਂਸ। ਈ ਗਵਰਨੈਂਸ ਪੁਆਇੰਟ ਤੁਸੀਂ ਪਹਿਲਾਂ ਡਿਸਕਸ ਕਰ ਚੁੱਕੇ ਹੋ ਜਦੋਂ ਅਸੀਂ ਟਾਈਪਸ ਪੜ੍ਹੀਆਂ ਸੀਗੀਆਂ, ਮਾਡਲਸ ਪੜ੍ਹੇ ਸੀਗੇ, ਉਹਦੇ 'ਚ ਇੱਕ ਇਹ ਵੀ ਮਾਡਲ ਆਇਆ ਸੀਗਾ ਈ ਗਵਰਨੈਂਸ ਵਾਲਾ। ਈ ਗਵਰਨੈਂਸ ਦੇ ਵਿੱਚ ਕੀ ਕਿ ਜਿਹੜੀਆਂ ਸਰਵਿਸਿਜ਼ ਵਗੈਰਾ ਗਵਰਨਮੈਂਟ ਜਿਹੜੀਆਂ ਆਮ ਪਬਲਿਕ ਨੂੰ ਪ੍ਰੋਵਾਈਡ ਕਰਦੀ ਹੈ ਜਾਂ ਕਿਸੇ ਕੰਪਨੀ ਨੂੰ ਪ੍ਰੋਵਾਈਡ ਕਰਦੀ ਹੈ, ਇਹਦੇ 'ਚ ਕੀ ਹੈ ਕਿ ਉਹ ਸਾਰੇ ਕੰਮ ਆਉਣਗੇ ਜਿਵੇਂ ਕਿ ਕੋਈ ਲਾਇਸੈਂਸ ਵਗੈਰਾ ਇਸ਼ੂ ਕਰਨੇ, ਡਾਕੂਮੈਂਟਸ ਨੂੰ ਅਸੈਪਟ ਕਰਨਾ। ਹੁਣ ਈ ਗਵਰਨੈਂਸ 'ਚ ਕੀ ਹੈ ਕਿ ਉਹ ਡਾਕੂਮੈਂਟਸ ਜਿਹੜੇ ਇਲੈਕਟ੍ਰੋਨਿਕਲੀ ਜਿਹੜਾ ਹੈ ਡਿਜੀਟਲ ਫਾਰਮ ਦੇ ਵਿੱਚ ਜਿਹੜਾ ਹੈ ਉਹ ਅਸੈਪਟ ਕਰਨੇ ਸ਼ੁਰੂ ਕਰ ਦਿੱਤੇ ਹੈ। ਯਾਨੀ ਕਿਤੇ ਵੀ ਆਲ ਓਵਰ ਇੰਡੀਆ ਜਦੋਂ ਕੋਈ ਵੀ ਓਫੀਸ਼ੀਅਲ ਕੰਮ ਹੋਵੇ ਗਵਰਨਮੈਂਟ ਦੇ ਰਿਗਾਰਡਿੰਗ, ਅਸੀਂ ਇਹ ਸਾਰੇ ਡਾਕੂਮੈਂਟਸ ਨੂੰ ਜੇਕਰ ਅਸੀਂ ਡਿਜੀਟਲ ਫਾਰਮ ਦੇ ਵਿੱਚ ਕਿਸੇ ਨੂੰ ਸ਼ੋਅ ਕਰਦੇ ਹਾਂ ਤੇ ਉਹ ਇੱਕ ਤਰ੍ਹਾਂ ਦੇ ਵੈਲਿਡ ਡਾਕੂਮੈਂਟ ਮੰਨੇ ਜਾਂਦੇ ਆ। ਇਸ ਕਰਕੇ ਈ ਗਵਰਨੈਂਸ ਦੇ ਥਰੂ ਗਵਰਨਮੈਂਟ ਜਿਹੜੀ ਹੈ ਜਿੰਨੀ ਵੀ ਆਪਣੀਆਂ ਸਰਵਿਸਿਜ਼ ਵਗੈਰਾ ਦੇ ਰਹੀ ਹੈ ਜਾਂ ਜਿੰਨੇ ਵੀ ਉਹਨਾਂ ਨੇ ਕੋਈ ਲਾਇਸੈਂਸਿੰਗ ਵਗੈਰਾ ਕੋਈ ਐਪਲੀਕੇਸ਼ਨ ਫੀਸ ਵਗੈਰਾ ਲਗਾਈ ਹੋਈ ਹੈ, ਕਿਤੇ ਕੁਝ ਅਪਲਾਈ ਕਰਨਾ ਹੈ ਗਵਰਨਮੈਂਟ ਦੀ ਸਾਈਟ ਦੇ ਉੱਪਰ, ਉਹ ਸਾਰੇ ਕੰਮ ਜਿਹੜੇ ਈ ਗਵਰਨੈਂਸ ਦੇ ਥਰੂ ਜਿਹੜੇ ਆ ਕੀਤੇ ਜਾ ਰਹੇ ਆ। ਤੇ ਇਹਨੂੰ ਕੰਟਰੋਲ ਕਰਨ ਦੇ ਲਈ ਇੱਕ ਐਕਟ ਬਣਾਇਆ ਗਿਆ ਜਿਹੜਾ ਕਿ IT ਐਕਟ 2000 ਹੈ। ਥਰਡ ਪੁਆਇੰਟ ਹੈ ਡਿਜੀਟਲ ਸਿਗਨੇਚਰ। ਡਿਜੀਟਲ ਸਿਗਨੇਚਰ ਦੀ ਲੋੜ ਕਦੋਂ ਪੈਂਦੀ ਹੈ ਕਿ ਜਦੋਂ ਅਸੀਂ ਕਿਸੇ ਵੀ ਪਰਸਨ ਯਾਨੀ ਜਿਹੜਾ ਸੈਂਡਰ ਹੈ ਇਨਫੋਰਮੇਸ਼ਨ ਦਾ, ਜਦੋਂ ਅਸੀਂ ਉਹਦੀ ਔਥੈਂਟੀਕੇਸ਼ਨ ਦੀ ਗੱਲ ਕਰਦੇ ਹਾਂ ਕਿ ਇਹ ਸੈਂਡਰ ਜਿਹਨੇ ਵੀ ਇਨਫੋਰਮੇਸ਼ਨ ਭੇਜੀ ਹੈ ਇਨਫੋਰਮੇਸ਼ਨ ਇਹਦੇ ਦੁਆਰਾ ਹੀ ਭੇਜੀ ਗਈ ਆ ਤੇ ਇਹਨੂੰ ਪ੍ਰੋਪਰਲੀ ਚੈੱਕ ਕੀਤਾ ਗਿਆ ਹੈ, ਮਤਲਬ ਇਹਦੇ ਉੱਪਰ ਟਰਸਟ ਕੀਤਾ ਜਾ ਸਕਦਾ ਹੈ। ਇਸ ਕਰਕੇ ਡਿਜੀਟਲ ਸਿਗਨੇਚਰ ਸਿਰਫ ਉਹਨਾਂ ਨੂੰ ਇਸ਼ੂ ਹੁੰਦਾ ਹੈ ਕਿ ਜਿਨ੍ਹਾਂ ਨੂੰ ਔਥੈਂਟੀਕੇਸ਼ਨ ਜਿਹੜੀ ਹੈ ਉਹ ਜ਼ਰੂਰੀ ਹੋ ਜਾਂਦੀ ਹੈ। ਇਸ ਕਰਕੇ ਡਿਜੀਟਲ ਸਿਗਨੇਚਰ ਦੀ ਲੋੜ ਜਿਹੜੀ ਆ ਉਹ IT ਐਕਟ ਦੇ ਅਕੋਰਡਿੰਗ ਜਿਹੜੀ ਕਾਫੀ ਜ਼ਰੂਰੀ ਮੰਨੀ ਗਈ ਆ ਤੇ ਵੈਲਿਡ ਮੰਨੀ ਗਈ ਆ। ਫੋਰਥ ਪੁਆਇੰਟ ਐਨਕ੍ਰਿਪਸ਼ਨ। ਐਨਕ੍ਰਿਪਸ਼ਨ ਦਾ ਮਤਲਬ ਹੈ ਜਦੋਂ ਅਸੀਂ ਡੇਟਾ ਨੂੰ ਕਨਵਰਟ ਕਰ ਦਿੰਦੇ ਹਾਂ ਕਿਸੇ ਕੋਡ ਲੈਂਗੁਏਜ ਦੇ ਵਿੱਚ ਜਾਂ ਇਹੋ ਜਿਹੀ ਲੈਂਗੁਏਜ ਦੇ ਵਿੱਚ ਜਿਹੜੀ ਕਿ ਅਸੀਂ ਨਾਰਮਲੀ ਰੀਡ ਨਹੀਂ ਕਰ ਸਕਦੇ, ਕੋਈ ਅਨਆਥੋਰਾਈਜ਼ਡ ਯੂਜ਼ਰ ਜਿਹੜਾ ਹੈ ਉਹਨੂੰ ਰੀਡ ਨਾ ਕਰ ਸਕੇ। ਸੋ ਐਨਕ੍ਰਿਪਸ਼ਨ ਜਿਹੜਾ ਉਹ ਬਹੁਤ ਇੰਪੋਰਟੈਂਟ ਪੁਆਇੰਟ ਹੈ ਜਿਹਦੇ ਵਿੱਚ ਡੇਟਾ ਨੂੰ ਸੈਂਡਰ ਦੇ ਦੁਆਰਾ ਕੋਡ ਲੈਂਗੁਏਜ ਦੇ ਵਿੱਚ ਕਨਵਰਟ ਕੀਤਾ ਜਾਂਦਾ। ਜਦੋਂ ਉਹ ਇਨਫੋਰਮੇਸ਼ਨ ਰਿਸੀਵਰ ਦੇ ਕੋਲ ਪਹੁੰਚਦੀ ਹੈ ਤਾਂ ਰਿਸੀਵਰ ਉਸ ਇਨਫੋਰਮੇਸ਼ਨ ਨੂੰ ਡੀਕੋਡ ਕਰਦਾ। ਡੀਕੋਡ ਕਰਨ ਦਾ ਮਤਲਬ ਹੈ ਕਿ ਉਹ ਉਸ ਇਨਫੋਰਮੇਸ਼ਨ ਨੂੰ ਦੁਬਾਰਾ ਆਪਣੀ ਲੈਂਗੁਏਜ ਦੇ ਵਿੱਚ ਚੇਂਜ ਕਰਕੇ ਉਹਨੂੰ ਨਾਰਮਲ ਲੈਂਗੁਏਜ ਦੇ ਵਿੱਚ ਪੜ੍ਹ ਸਕਦਾ ਹੈ। ਇਹਦੇ ਵਾਸਤੇ ਕਈ ਸੀਕ੍ਰੀਟ ਕੀਜ਼ ਵਗੈਰਾ ਯੂਜ਼ ਹੋ ਸਕਦੇ ਆ, ਜਿਵੇਂ ਕਈ ਚੀਜ਼ਾਂ ਜਿਹੜੀਆਂ ਪਾਸਵਰਡ ਪ੍ਰੋਟੈਕਟਡ ਹੋ ਸਕਦੀਆਂ। ਇਸ ਤਰੀਕੇ ਦੇ ਨਾਲ ਕਈ
ਸੀਕ੍ਰੇਟ ਕੀਜ਼ ਵਗੈਰਾ ਯੂਜ਼ ਕਰ ਸਕਦੇ ਹਾਂ ਸੈਂਡਰ ਤੇ ਰਿਸੀਵਰ, ਤਾਂ ਕਿ ਉਹ ਇਨਫੋਰਮੇਸ਼ਨ ਸੈਂਡਰ ਤੇ ਰਿਸੀਵਰ ਦੇ ਵਿੱਚ ਹੀ ਰਵੇ। ਕਿਸੇ ਵੀ ਤਰੀਕੇ ਦੇ ਨਾਲ ਉਹ ਇਨਫੋਰਮੇਸ਼ਨ ਜਿਹੜੀ ਹੈ ਇਹਨਾਂ ਦੋਵਾਂ ਪਰਸਨ ਤੋਂ ਇਲਾਵਾ ਕਿਸੇ ਤੀਸਰੇ ਕੋਲ ਨਾ ਜਾਵੇ। 5th ਪੁਆਇੰਟ, ਪ੍ਰਾਈਵੇਸੀ ਐਂਡ ਕੌਨਫੀਡੈਂਸ਼ੀਅਲਿਟੀ। ਜੇਕਰ ਪ੍ਰਾਈਵੇਸੀ ਤੇ ਕੌਨਫੀਡੈਂਸ਼ੀਅਲਿਟੀ ਦੀ ਗੱਲ ਕਰੀਏ ਤੇ ਇਹ ਵੀ ਪੂਰਾ ਮੇਨਟੇਨ ਕੀਤਾ ਜਾ ਰਿਹਾ IT ਐਕਟ ਦੇ ਅਕੋਰਡਿੰਗ ਕਿ ਇਹਨੂੰ ਇੱਕ ਆਫੈਂਸ ਮੰਨਿਆ ਗਿਆ ਹੈ ਜੇਕਰ ਕਿਸੇ ਵੀ ਤਰੀਕੇ ਦੀ ਕੋਈ ਇਨਫੋਰਮੇਸ਼ਨ, ਯਾਨੀ ਕੋਈ ਵੀ ਗਵਰਨਮੈਂਟ ਅਫੀਸ਼ੀਅਲ ਜੇਕਰ ਇਸ ਲਾਅ ਨੂੰ ਤੋੜਦਾ ਹੈ, ਵਾਇਲੇਟ ਕਰਦਾ ਹੈ, ਜੇ ਕਿਸੇ ਪ੍ਰਾਈਵੇਸੀ ਆਫ ਇਨਫੋਰਮੇਸ਼ਨ ਨੂੰ ਜੇਕਰ ਉਹ ਕਿਸੇ ਨੂੰ ਪ੍ਰੋਵਾਈਡ ਕਰਦਾ ਹੈ, ਕੋਈ ਵੀ ਇਨਫੋਰਮੇਸ਼ਨ ਜਿਹੜੀ ਕਿ ਬੜੀ ਕੌਨਫੀਡੈਂਸ਼ੀਅਲ ਆ ਕਿਸੇ ਕਸਟਮਰ ਦੀ ਜਾਂ ਕਿਸੇ ਕੰਪਨੀ ਦੀ, ਜੇਕਰ ਉਹ ਕਿਸੇ ਨੂੰ ਵੀ ਪ੍ਰੋਵਾਈਡ ਕਰੇਗਾ ਤੇ ਇਹਨੂੰ ਲਾਅ ਵਾਇਲੇਸ਼ਨ ਮੰਨਿਆ ਜਾਏਗਾ ਤੇ ਉਹਦੇ ਅਗੇਂਸਟ ਜਿਹੜਾ ਹੈ IT ਐਕਟ 2000 ਦੇ ਅਕੋਰਡਿੰਗ ਜਿਹੜੀ ਹੈ ਕਾਰਵਾਈ ਕੀਤੀ ਜਾਏਗੀ। ਇਸ ਕਰਕੇ ਇਹ ਵੀ ਬਹੁਤ ਇੰਪੋਰਟੈਂਟ ਪੁਆਇੰਟ ਹੈ। 6th ਪੁਆਇੰਟ, ਡੋਮੇਨ ਨੇਮ। ਡੋਮੇਨ ਨੇਮ ਵੀ ਇੰਡੀਆ ਦੇ ਵਿੱਚ ਜਿਹੜਾ ਇੱਕ ਟ੍ਰੇਡਮਾਰਕ ਦੇ ਤੌਰ ਤੇ ਜਿਹੜਾ ਚੱਲ ਰਿਹਾ ਜਾਂ ਇਹ ਕਹਿ ਸਕਦੇ ਹਾਂ ਕਿ ਹਜੇ ਸ਼ੁਰੂ ਹੋਇਆ। ਡੋਮੇਨ ਨੇਮ ਹੁੰਦਾ ਕਿ ਜਿਵੇਂ ਆਪਣੀ ਕੋਈ ਵੈਬਸਾਈਟ ਲੈਣੀ, ਤੇ ਅੱਜ ਕੱਲ੍ਹ ਕੀ ਹੈ ਕਿ ਵੇਖੋ ਈ-ਕਾਮਰਸ ਜਿਹੜਾ ਕੋਈ ਵੀ ਬਿਜ਼ਨਸ ਜਿਹੜਾ ਜਿਹਨੂੰ ਆਪਣਾ ਕੰਮ ਆਨਲਾਈਨ ਕਰਦਾ ਹੈ ਤਾਂ ਉਹਨੂੰ ਜ਼ਰੂਰੀ ਹੋ ਜਾਂਦਾ ਹੈ ਕਿ ਉਹ ਆਪਣੀ ਇੱਕ ਵੈਬਸਾਈਟ ਜਿਹੜੀ ਹੈ ਜ਼ਰੂਰ ਬਣਾਏ, ਇੱਕ ਡੋਮੇਨ ਨੇਮ ਜ਼ਰੂਰ ਲਵੇ। ਡੋਮੇਨ ਨੇਮ ਕਈ ਤਰ੍ਹਾਂ ਦੇ ਇਸ਼ੂ ਹੁੰਦੇ ਆ, ਜਿਵੇਂ .in ਵਾਲਾ, .com, .org, ਸੇਮ ਇਸ ਤਰੀਕੇ ਦੇ ਨਾਲ। ਸੋ ਇੱਕ ਕੰਪਨੀ ਜਿਹੜੀ ਆ ਉਹ ਇੱਕ ਆਪਣਾ ਪਰਸਨਲ ਡੋਮੇਨ ਨੇਮ ਲਏਗੀ, ਉਹਦਾ ਉਹ ਡੋਮੇਨ ਨੇਮ ਕਿਸੇ ਦੂਸਰੀ ਕੰਪਨੀ ਦੇ ਨਾਲ ਮੈਚ ਨਹੀਂ ਕਰੇਗਾ। ਇੱਕ ਡੋਮੇਨ ਨੇਮ ਸਿਰਫ ਇੱਕ ਹੀ ਕੰਪਨੀ ਨੂੰ ਇਸ਼ੂ ਹੋਏਗਾ, ਉਸ ਨਾਂ ਤੋਂ ਦੁਬਾਰਾ ਕੋਈ ਕੰਪਨੀ ਜਿਹੜੀ ਆਪਣਾ ਡੋਮੇਨ ਨੇਮ ਇਸ਼ੂ ਨਹੀਂ ਕਰਵਾ ਸਕਦੀ। ਇਸ ਕਰਕੇ ਇਹ ਵੀ ਬਹੁਤ ਜ਼ਰੂਰੀ ਹੋ ਜਾਂਦਾ ਹੈ। IT ਐਕਟ 2000 ਦੇ ਅਕੋਰਡਿੰਗ ਡੋਮੇਨ ਨੇਮ ਲੈਣਾ ਵੀ ਜਿਹੜਾ ਹੈ ਉਹ ਕੋਈ ਮਤਲਬ ਕਿ ਇੰਨਾ ਕੋਈ ਡਿਫਿਕਲਟ ਇਸ਼ੂ ਨਹੀਂ ਹੈ। 7th ਪੁਆਇੰਟ ਹੈ ਨੈਟਵਰਕ ਸਿਕਿਉਰਿਟੀ। ਨੈਟਵਰਕ ਸਿਕਿਉਰਿਟੀ ਦੇ ਵਿੱਚ ਥੋੜ੍ਹਾ ਜਿਹਾ ਮੈਂ ਕਹੂੰਗਾ ਕਿ ਇਹਦੇ 'ਤੇ ਹਜੇ ਕੰਮ ਚੱਲ ਰਿਹਾ ਹੈ, ਮਤਲਬ ਇੰਨਾ ਜ਼ਿਆਦਾ ਪ੍ਰੋਗਰੈਸ ਨਹੀਂ ਹੋਈ ਅਜੇ, ਕਿਉਂਕਿ ਮੈਂ ਪਹਿਲਾਂ ਵੀ ਦੱਸਿਆ ਕਿ ਈ-ਕਾਮਰਸ ਜਿਹੜਾ ਹਜੇ ਆਪਣੀ ਬੇਸਿਕ ਸਟੇਜ ਦੇ ਵਿੱਚ ਹੈ, ਅਜੇ ਕਾਫੀ ਸਾਰਾ ਜਿਹੜਾ ਕੰਮ ਇਹਦੇ ਵਿੱਚ ਅਜੇ ਕੀਤਾ ਜਾਣਾ ਹੈ। ਸੋ ਕੋਈ ਵੀ ਸਪੈਸ਼ਲ ਲਾਅ ਜਿਹੜਾ ਹੈ ਉਹ ਬਣਾਇਆ ਨਹੀਂ ਗਿਆ ਹਜੇ ਫਿਲਹਾਲ, ਲੇਕਿਨ ਜਲਦੀ ਹੀ ਕਈ ਤਰ੍ਹਾਂ ਦੇ ਜਿਹੜੇ ਆ ਐਫਰਟਸ ਜਿਹੜੇ ਆ RBI ਕਰ ਰਹੀ ਆ ਉਹਨੂੰ ਡਿਵੈਲਪ ਕਰਨ ਦੇ ਲਈ, ਤਾਂ ਕਿ ਸਿਕਿਉਰਿਟੀ ਸਟੈਂਡਰਡਸ ਨੂੰ ਵਧਾਇਆ ਜਾਵੇ, ਜਿਹੜੇ ਖਾਸ ਕਰਕੇ ਆਪਣੇ ਕਸਟਮਰ ਜਦੋਂ ਆਨਲਾਈਨ ਕਿਤੇ ਪੇ ਕਰਦਾ ਈ-ਕਾਮਰਸ ਵੈਬਸਾਈਟ ਦੇ ਉੱਪਰ ਜਾ ਕੇ, ਉਹਦੀ ਉਹ ਪੇਮੈਂਟ ਜਿਹੜੀ ਆ ਸਿਕਿਉਰ ਰਵੇ। ਇਸ ਕਰਕੇ ਉਹਦੇ 'ਤੇ ਹਜੇ ਵਰਕ ਇਨ ਪ੍ਰੋਗਰੈਸ ਹੈ। ਸੋ ਅਸੀਂ ਕਹਿ ਸਕਦੇ ਹਾਂ ਕਿ ਇੰਡੀਆ ਦੇ ਵਿੱਚ ਜੇਕਰ ਇਹਦੇ ਸਟੇਟਸ ਦੀ ਗੱਲ ਕਰੀਏ ਤਾਂ ਹਜੇ ਬਿਲਕੁਲ ਆਪਣੇ ਇਨੀਸ਼ੀਅਲ ਸਟੇਟਸ ਦੇ ਵਿੱਚ ਆ।